ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਵਿਧਾਨ ਸਭਾ ਤੋਂ। ਪੰਜਾਬ ਵਿਧਾਨ ਸਭਾ ਦੇ ਅੰਦਰ ਕਹਿੰਦੇ ਹੋਇਆ ਕੁਛ ਨਹੀਂ, ਪਰ ਬਾਹਰ ਰੌਲਾ ਰੱਪਾ ਵਾਧੂ ਪੈ ਰਿਹਾ ਜੀ। ਬਿਲਕੁਲ ਪ੍ਰਵੀਨ ਜੀ, 2 ਦਿਨ ਦਾ ਇਹ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਜੀ। ਕੱਲ ਪਹਿਲਾ ਦਿਨ ਸੀ, ਅੱਜ ਦੂਸਰਾ ਦਿਨ ਹੋਣਾ ਹੈ। ਪਹਿਲੀ ਗੱਲ ਤਾਂ ਇਸ ਦੇ ਸਮੇਂ ਨੂੰ ਲੈ ਕੇ ਵੱਡਾ ਸਵਾਲ ਹੈ। ਜੀ। ਇੱਕ ਪਾਸੇ ਉਹ ਧਿਰ ਹੈ ਜਿਹੜੀ ਹੁਣ ਸੱਤਾ ਦੇ ਵਿੱਚ ਹੈ ਤੇ ਜਿਹੜੀ ਦਮ ਭਰਦੀ ਸੀ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਸੈਸ਼ਨ ਪੂਰੇ ਸਮੇਂ ਨਹੀਂ ਚੱਲਦੇ ਸੀ, ਸ਼ੁੱਕਰਵਾਰ ਨੂੰ ਬੁਲਾ ਲਿਆ ਜੀ, ਸ਼ਨੀ ਐਤਵਾਰ ਦੀ ਛੁੱਟੀ ਆ ਗਈ ਜੀ, ਅੱਗੇ 2 ਦਿਨ ਚ ਡੰਗ ਟਪਾਈ ਹੋ ਗਈ, ਮਤਲਬ 3 ਕੁ ਦਿਨ ਦੇ ਬੁਲਾ ਲਈ, 4 ਦਿਨ ਦੇ ਬੁਲਾ ਲਈ। ਜੀ। ਪਰ ਆਪ ਹੁਣ 75 ਸਾਲਾਂ ਦੇ ਰਿਕਾਰਡ ਤੋੜੀ ਜਾਂਦੇ, ਆਪ 2-2 ਦਿਨ ਦੇ ਸੈਸ਼ਨ ਬੁਲਾ ਰਹੇ। ਹੂੰ। 2 ਰੋਜ਼ਾ ਵਿਸ਼ੇਸ਼ ਇਜਲਾਸ ਜਿਹਦਾ ਕੋਈ ਏਜੰਡਾ ਹੀ ਨਹੀਂ ਪਤਾ। ਜੀ। ਇਹ ਆਪਣੇ ਆਪ ਚ ਕਮਾਲ। ਵੈਸੇ ਇਹ ਵੀ ਆਪਣੇ ਆਪ ਚ ਕਮਾਲ ਹੈ ਕਿ ਸਰਦਰੁੱਤੀ ਇਜਲਾਸ ਖਾ ਹੀ ਗਈ ਸਰਕਾਰ। ਹੂੰ। ਸਰਦਰੁੱਤੀ ਇਜਲਾਸ ਬੁਲਾਇਆ ਨਹੀਂ ਤੇ ਇਸ ਲਈ ਨਿਯਮਾਵਲੀ ਤਹਿਤ ਲੜੀ ਦੇ ਵਿੱਚ ਸੈਸ਼ਨ ਆਉਣਾ ਜ਼ਰੂਰੀ ਸੀ, ਕਿਉਂਕਿ ਇਹ ਤੋਂ ਬਾਅਦ ਬਜਟ ਸੈਸ਼ਨ ਆਉਣਾ ਹੈ। ਇਸ ਲਈ ਡੰਗ ਟਪਾਈ ਲਈ, ਖਾਨਾ ਪੂਰਤੀ ਲਈ 2 ਦਿਨ ਦਾ ਸੈਸ਼ਨ ਬੁਲਾ ਲਿਆ। ਹੁਣ ਚੜ੍ਹਦੇ ਮਹੀਨੇ ਚ ਫਿਰ ਬਜਟ ਸੈਸ਼ਨ ਆਉਣਾ, ਉਹਦੀ ਸਰਕਾਰ ਤਿਆਰੀ ਚ ਚਲੋ ਲੱਗੀ ਹੈ। ਹੂੰ। ਫਿਰ ਇੱਕ ਤਾਂ ਇੱਥੇ ਸਮੇਂ ਦੇ ਹਵਾਲੇ ਨਾਲ, ਫਿਰ ਦੂਸਰਾ ਜੀ। ਮਤਲਬ ਸੂਬੇ ਦੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਦੇ ਸੈਸ਼ਨ ਤੋਂ ਕਿਹੜਾ ਜ਼ਰੂਰੀ ਕੰਮ ਹੋ ਸਕਦਾ ਹੈ, ਸਾਨੂੰ ਨਹੀਂ ਪਤਾ। ਹੂੰ। ਮੁੱਖ ਮੰਤਰੀ ਸਾਹਿਬ ਪਹਿਲੇ ਦਿਨ ਦੇ ਸੈਸ਼ਨ ਚੋਂ ਗੈਰ ਹਾਜ਼ਰ। ਜੀ। ਇਹ ਵੀ ਇੱਕ ਸਵਾਲ ਰਿਹਾ। ਫਿਰ ਅੰਦਰ ਹੋਇਆ ਕਿ ਜੇਕਰ ਆਪਾਂ ਗੱਲ ਕਰੀਏ ਕਿ ਹਾਂ ਵੀ ਇਹ ਲੋਕ ਮੁੱਦਿਆਂ ਲਈ, ਕਿਉਂਕਿ ਵੈਸੇ ਜਿਹੜੇ ਐਮਐਲਏ ਬਣਦੇ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਮੈਂਬਰ ਕਿਹਾ ਜਾਂਦਾ ਹੈ, ਹਾਂਜੀ, ਹਾਂਜੀ। ਵਿਧਾਇਕ ਕਿਹਾ ਜਾਂਦਾ ਹੈ ਨਾ। ਹੂੰ। ਸੋ ਜਿਹੜੇ ਬਣੇ ਹੀ ਵਿਧਾਨ ਸਭਾ ਲਈ ਨੇ, ਉਹ ਜੇ ਸਾਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਸਾਂ 20 ਕੁ ਦਿਨ ਆਉਣਗੇ, ਹੂੰ। ਫਿਰ ਗੱਲ ਕਿਵੇਂ ਚੱਲੂਗੀ? ਨਹੀਂ ਮਤਲਬ ਚੱਲਣੀ ਬਿਲਕੁਲ। ਰੂਟੀਨ ਦੇ ਵਿੱਚ ਜੇ ਨਿਯਮਾਵਲੀ ਤੇ ਝਾਤ ਮਾਰੀ ਤਾਂ ਘੱਟੋ ਘੱਟ ਸਾਲ 'ਚ 365 ਦਿਨਾਂ 'ਚੋਂ 90 ਦਿਨ ਸੈਸ਼ਨ ਚੱਲਣਾ ਚਾਹੀਦਾ। ਹੂੰ। ਮਤਲਬ 365 ਦਿਨਾਂ 'ਚੋਂ ਤੁਸੀਂ 90 ਦਿਨ ਵੀ ਉਹ ਕੰਮ ਨਹੀਂ ਕਰਦੇ ਜਿਹੜੇ ਕੰਮ ਲਈ ਤੁਹਾਨੂੰ ਚੁਣਿਆ, ਚੁਣਿਆ ਗਿਆ ਤੇ ਸਹੀ। ਤੁਸੀਂ ਉਸ ਨੂੰ ਲਿਆ ਕੇ 20 ਕੁ ਦਿਨਾਂ ਤੇ ਤੈਅ ਕਰਤਾ ਸਾਲ 'ਚ ਕਿ ਇੰਨੇ ਦਿਨਾਂ 'ਚ ਡੰਗ ਪਾ ਦਾਂਗੇ। ਉਹ ਵੀ ਕਾਹਦੀ ਹੈ, ਖਾਨਾ ਪੂਰਤੀ ਆਪਾਂ ਨੂੰ ਪਤਾ। ਹੁਣ ਪਹਿਲਾ ਦਿਨ ਮੈਂ ਕਹਿੰਦਾ ਰੌਲੇ ਰੱਪੇ 'ਚ ਗਿਆ ਜੀ ਪੂਰੀ ਤਰ੍ਹਾਂ। ਹੂੰ। ਹੂੰ। ਹਾਂ, ਕੁਝ ਮੁੱਦੇ ਅੰਦਰ ਐਡਰੈਸ ਹੋਏ ਤੇ ਕੁਝ ਰਾਜਨੀਤੀ ਬਾਹਰ ਹੋਈ। ਜੀ। ਮਤਲਬ ਲੈ ਦੇ ਕੇ ਦੋਵੇਂ ਥਾਂ ਰੌਲਾ ਸੀ। ਤੁਸੀਂ ਇਹ ਦੇਖੋ ਕਿ ਜੇ ਵਿਧਾਨ ਸਭਾ ਦਾ ਸੈਸ਼ਨ ਹੈ ਤਾਂ ਉਮੀਦ ਕਰੀਏ ਕਿ ਲੋਕ ਮੁੱਦਿਆਂ ਤੇ ਗੱਲ ਹੋਊਗੀ। ਬਿਲਕੁਲ ਜੀ। ਹੋਇਆ ਕੀ ਜੀ? ਬਾਹਰ ਆਏ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜੀ, ਮੀਡੀਆ ਦੇ ਮਾਈਕ ਦੇਖੇ। ਮੇਰੇ ਸੰਪਰਕ 'ਚ ਤਾਂ ਜੀ 33 ਆਮ ਆਦਮੀ ਪਾਰਟੀ ਦੇ ਐਮਐਲਏ ਜੀ। ਹੂੰ। ਉਹ ਜੀ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਜਿਵੇਂ ਟਿਕਟਾਂ ਐਡਵਾਂਸ ਬੁੱਕ ਹੁੰਦੀਆਂ ਜੀ, ਉਵੇਂ ਬੁੱਕ ਕਰਾ ਲਈ। ਅਸਲ 'ਚ ਪ੍ਰਤਾਪ ਬਾਜਵਾ ਖਾਸੀ ਦੇਰ ਤੋਂ ਇਹ ਰੌਲਾ ਪਾਉਂਦੇ ਆ ਰਹੇ ਨੇ ਕਿ ਮੇਰੇ ਸੰਪਰਕ 'ਚ ਆਮ ਆਦਮੀ ਪਾਰਟੀ ਦੇ 30 ਐਮਐਲਏ ਨੇ। ਮੈਂ ਕਹਿੰਦਾ 30 ਛੱਡੋ ਜਨਾਬ, 40 ਹੋਣ, ਹੂੰ। 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 ਤਾਂ ਵੀ ਤੁਸੀਂ ਸਰਕਾਰ ਨਹੀਂ ਬਣਦੀ, ਨਹੀਂ ਬਣਦੀ ਬਿਲਕੁਲ। ਤਾਂ ਵੀ ਤੁਸੀਂ ਅਜੇ ਮੁੱਖ ਮੰਤਰੀ ਨਹੀਂ ਬਣ ਰਹੇ। ਪਰ ਉਹਦੇ ਬਾਵਜੂਦ ਇਹ ਰੌਲਾ ਜਦੋਂ ਪੈਣ ਲੱਗਿਆ ਤੇ ਜਦੋਂ ਜੋੜ ਘਟਾ ਦਾ ਲੋਕਾਂ ਨੇ ਹਿਸਾਬ ਦੱਸਿਆ ਕਿ ਬਾਜਵਾ ਜੀ ਐਂ ਤਾਂ ਆਪਣੀ ਸਰਕਾਰ ਨਹੀਂ ਆ ਰਹੀ, ਜੇ 30 ਲਿਆਓ ਤੁਸੀਂ 40 ਲਿਆਓ। ਹੂੰ। ਫਿਰ ਕੱਲ ਨੁਕਤਾ ਬਦਲਿਆ, ਕਹਿੰਦੇ ਮੇਰੇ ਤਾਂ ਸੰਪਰਕ 'ਚ ਹੁਣ 32-33 ਨੇ ਅੱਛਾ। ਤੇ 32-33 ਕਹਿੰਦੇ ਕਿ ਸਾਡਾ ਨਾਂ ਨਾ ਜੇ ਦੱਸਿਓ ਜੀ। ਹੂੰ। ਹੈਂ, ਮੀਡੀਆ ਵਾਲੇ ਕਹਿੰਦੇ ਲੈ ਐ ਥੋੜਾ, ਮੈਂ ਹੰਡਿਆ ਹੋਇਆ ਪੋਲੀਟੀਸ਼ੀਅਨ ਆ, ਮੈਂ ਐ ਥੋੜਾ ਤੁਹਾਨੂੰ ਦੱਸ ਦੂੰਗਾ ਕਿ ਕੌਣ 41 ਕੌਣ ਸਾਲ ਹੈ। ਹੋ ਗਏ ਕਹਿੰਦੇ ਬਸ ਮੈਨੂੰ ਤਾਂ। ਕਹਿੰਦੇ ਕਿ ਤੁਸੀਂ ਇੰਤਜ਼ਾਰ ਕਰੋ, ਜਿਵੇਂ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਐਡਵਾਂਸ ਟਿਕਟਾਂ ਬੁੱਕ ਹੁੰਦੀਆਂ, ਉਵੇਂ ਇਹਨਾਂ ਨੇ ਅਗਲੀ ਵਾਰ ਲਈ ਟਿਕਟ ਬੁੱਕ ਕਰਾਈ ਆ ਸਾਡੇ ਕੋਲ ਅੱਛਾ। ਕਿ ਅਗਲੀ ਵਾਰ ਤੁਹਾਡੇ ਕੋਲ ਨਹੀਂ ਆਵਾਂਗੇ। ਮਤਲਬ ਉਹ ਇਹ ਕਹਿਣਾ ਚਾਹੁੰਦੇ ਸੀ ਕਿ ਅਗਲੀ ਵਾਰ ਆਮ ਆਦਮੀ ਪਾਰਟੀ ਸਰਕਾਰ ਨਹੀਂ ਆ ਰਹੀ, ਹੂੰ। ਸਾਡੀ ਸਰਕਾਰ ਆ ਰਹੀ ਆ, ਇਸ ਲਈ ਇਹ ਸਾਡੇ ਕੋਲੋਂ ਟਿਕਟਾਂ ਲੈਣਗੇ। ਮਤਲਬ ਤੁਸੀਂ ਵੀ ਬਾਜ਼ਾਰ 'ਚ ਸੈਕਿੰਡ ਹੈਂਡ ਮਾਲ ਹੀ ਖਰੀਦਣਾ। ਹੂੰ। ਸਹੀ ਹੈ। ਇਹਦਾ ਮਤਲਬ ਕਾਂਗਰਸ ਇਹੀ ਸੁਨੇਹਾ ਦੇ ਰਹੀ ਹੈ ਕਿ ਜਿਹੜੇ ਲੋਕਾਂ ਵੱਲੋਂ ਛੱਡ ਦਿੱਤੇ ਜਾਣਗੇ ਤਾਂ ਤੁਸੀਂ ਉਹਨਾਂ ਨੂੰ ਲੈ ਲਓਗੇ। ਇਹ ਵੀ ਆਪਣੇ ਆਪ ਸਵਾਲ ਹੈ ਕਿ ਕਿਹੋ ਜਿਹੀ ਰਾਜਨੀਤੀ ਦਾ। ਹੂੰ। ਇਹਦੇ ਨਾਲ ਖਰੀਦ ਦੇ ਮੁੱਦੇ ਨਾਲ, ਰੌਲਾ ਪਾਉਣ ਨਾਲ, ਸਾਡੇ ਕੋਲ ਆ ਗਏ, ਤੁਹਾਡੇ ਕੋਲ ਚੱਲ ਗਏ। ਅਮਨ ਅਰੋੜਾ ਕਹਿੰਦਾ ਜੀ ਇਹ ਝੂਠ ਬੋਲਦੇ ਨੇ ਜੀ, ਇਹ ਤਾਂ ਆਪ ਬੀਜੇਪੀ ਦੇ ਸੰਪਰਕ 'ਚ ਨੇ। ਹੂੰ। ਪ੍ਰਤਾਪ ਬਾਜਵਾ ਕਹਿੰਦੇ ਜੀ ਇਹਨਾਂ ਦਾ ਮੁੱਖ ਮੰਤਰੀ ਬੀਜੇਪੀ ਦੇ ਸੰਪਰਕ 'ਚ ਹੈ। ਜੀ। ਹੈਂ, ਇਹਨਾਂ ਦਾ ਪ੍ਰਧਾਨ ਸਾਡੇ ਸੰਪਰਕ 'ਚ ਹੈ, ਉਹ ਸਾਡੇ ਕੋਲ ਨਹੀਂ ਆਊਗਾ ਅਮਨ ਅਰੋੜਾ। ਮਤਲਬ ਇਹ ਸਾਰੀ ਬਿਆਨਬਾਜ਼ੀ 'ਚੋਂ ਮੈਨੂੰ ਦੱਸ ਦਿਓ ਜੀ ਕਿ ਪੰਜਾਬ ਦਾ ਕਿਹੜਾ ਮਸਲਾ ਹੱਲ ਹੁੰਦਾ? ਇਹਦੇ ਨਾਲ ਬੇਰੁਜ਼ਗਾਰੀ ਵਾਲਾ ਮਸਲਾ ਹੱਲ ਹੋ ਗਿਆ ਹੋਣਾ, ਇਹਦੇ ਨਾਲ ਪਾਣੀ ਵਾਲਾ ਮਸਲਾ ਹੱਲ ਹੋ ਗਿਆ ਸਹੀ, ਹੋਣਾ, ਸਹੀ, ਸਹੀ। ਕਿਸਾਨੀ ਬਿਲਕੁਲ ਸਹੀ। ਮਸਲੇ ਮੁੱਕ ਗਏ ਹੋਣ। ਜੇ ਇਹ ਬਿਆਨਬਾਜ਼ੀ ਨਾਲ ਮੁੱਕਦਾ ਤਾਂ ਮੈਂ ਕਹਿੰਦਾ ਰੋਜ਼ ਬੁਲਾ ਕੇ ਕਰਾ ਦਿਆ ਕਰੋ ਇਹਨਾਂ ਨੂੰ। ਹੂੰ। ਫਿਰ ਅੰਦਰ ਅੰਦਰ ਕੁਝ ਨੁਕਤਿਆਂ ਤੇ ਜ਼ਰੂਰ ਚਰਚਾ ਹੋਈ। ਜੀ। ਉਹਨਾਂ ਚੋਂ ਇੱਕ ਸੱਤਾਧਾਰੀ ਧਿਰ ਵੱਲੋਂ ਵੀ ਇਹ ਸਵਾਲ ਆਇਆ ਕਿ ਜੀ ਕੀ ਸਰਕਾਰੀ ਸਕੂਲਾਂ ਨੂੰ ਬਿਜਲੀ ਮੁਫ਼ਤ ਮਿਲਦੀ ਹੈ? ਹੂੰ। ਹੂੰ। ਕਹਿੰਦੇ ਹੂੰ। ਨਹੀਂ ਜੀ, ਉਹਨਾਂ ਨੂੰ ਬਿਜਲੀ ਮੁੱਲ ਮਿਲਦੀ ਹੈ। ਮਤਲਬ ਇਹਨਾਂ ਨੂੰ ਹੋਣਾ ਕਿ ਸਕੂਲ ਦੀ ਇੱਟਾਂ ਰੋੜਾਂ ਨੇ ਕਿਹੜਾ ਵੋਟਾਂ ਪਾਉਣੀਆਂ ਨੇ, ਪਰ ਉਹ 'ਚ ਹੂੰ। ਜਿਹੜੇ ਭਾਈ ਜਵਾਕ ਪੜ੍ਹਦੇ ਨੇ ਉਹਨਾਂ ਦੀਆਂ ਵੋਟਾਂ ਤਾਂ ਪਰਿਵਾਰ ਦੀਆਂ ਹੈਗੀਆਂ ਨੇ। ਹੈਗੀਆਂ ਨੇ ਉਸ ਸਹੀ ਹੈ। ਨਾਤੇ ਹੀ ਕਰ ਲਓ ਕਿ ਜੇ ਹੂੰ। ਉਹਨਾਂ ਦੇ ਘਰਾਂ ਨੂੰ ਮਿਲਦੀ ਹੈ ਸਕੂਲਾਂ ਨੂੰ ਦੇ ਦਿਓ। ਫਿਰ ਅਮਨ ਅਰੋੜਾ ਨੇ ਮੋਰਚਾ ਸੰਭਾਲਿਆ, ਉਹ ਕਹਿੰਦਾ ਨਹੀਂ ਜੀ ਅਸੀਂ ਸਕੂਲਾਂ ਨੂੰ ਸੋਲਰ ਸਿਸਟਮ ਤੇ ਲਿਆ ਰਹੇ ਹਾਂ। ਅਸੀਂ ਵੱਡੀ ਗਿਣਤੀ ਦੇ ਵਿੱਚ ਸਕੂਲਾਂ 'ਚ ਸੋਲਰ ਸਿਸਟਮ ਲਵਾਤਾ, 4200 ਸਕੂਲ ਸੋਲਰ ਪਲਾਂਟ ਲੱਗ ਗਏ ਨੇ ਜੀ। ਤੇ 2400 ਸਕੂਲਾਂ 'ਚ ਹੋਰ ਕੰਮ ਚੱਲ ਰਿਹਾ।
ਸੋ ਇਸ ਤਰ੍ਹਾਂ ਅਸੀਂ ਲਗਾਤਾਰ ਇੱਥੇ ਕੰਮ ਕਰ ਰਹੇ ਹਾਂ। ਫਿਰ ਉੱਥੇ ਆਇਆ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਆਕਸੀਜਨ ਪਲਾਂਟ ਨੇ ਜੀ ਉਹਨਾਂ ਦੀ ਕੀ ਸਥਿਤੀ ਹੈ? ਸਰਕਾਰ ਕਹਿੰਦੀ ਜੀ ਬੰਦ ਪਏ। ਹੂੰ, ਜਦੋਂ ਕਰੋਨਾ ਕਾਲ ਸੀ ਤਾਂ ਪੰਜਾਬ 'ਚ 41 ਆਕਸੀਜਨ ਪਲਾਂਟ ਐਕਟਿਵ ਹੋਏ ਸੀ ਤੇ ਅੱਜ ਦੀ ਤਰੀਕ 'ਚੋਂ ਸਾਰੇ ਬੰਦ ਨੇ। ਉਹ ਜੀ, ਕਹਿੰਦੇ ਜੀ ਉਹ ਟੈਂਡਰ ਨਵਾਂ ਹੋਣਾ, ਹੁਣੇ ਟੈਂਡਰ ਹੋ ਜਾਣਾ ਬਸ, ਫਿਰ ਕੰਮ ਚੱਲ ਪਊਗਾ, ਤੁਸੀਂ ਹੂੰ, ਫਿਕਰ ਨਾ ਕਰੋ ਜੀ, ਸਾਰਾ ਕੁਝ ਠੀਕ ਹੋ ਜਾਊ। ਫਿਰ ਸੜਕਾਂ ਵਾਲਾ ਮੁੱਦਾ ਆਇਆ ਉੱਥੇ ਕਿ ਕਿਵੇਂ ਬਣਨਗੀਆਂ ਪਿੰਡਾਂ ਵਾਲੀਆਂ ਸੜਕਾਂ, ਉੱਥੇ ਬੜੀਆਂ ਮਿੰਨਤਾਂ ਤਰਲਾ ਵਾਲਾ ਹੂੰ, ਹਵਾਲਾ ਚੱਲਿਆ। ਫਿਰ ਉਹਦੇ ਵਿੱਚੋਂ ਮਤਲਬ ਕਿ ਜਿਹੜਾ ਇੱਕ ਖਾਸ ਕਰਕੇ ਕੇਂਦਰੀ ਖੇਤੀ ਪਾਲਿਸੀ ਜਿਹੜਾ ਖਰੜਾ ਹੈ, ਹੂੰ, ਉਹ ਸਾਰਿਆਂ ਦੀ ਨਜ਼ਰ 'ਚ ਹੈ ਕਿ ਕੀ ਜੇ ਕੱਲ੍ਹ ਦਾ ਦਿਨ ਟੱਪ ਗਿਆ ਅਗਲੇ ਦਿਨ ਉਹ ਲਿਆਉਣਗੇ। ਹਾਂ, ਕੇਂਦਰੀ ਸਿੱਖਿਆ ਨੀਤੀ ਤੇ ਜ਼ਰੂਰ ਤਰਕ ਬਿਤਰਕ ਹੋਇਆ ਕਿ ਬਈ ਦੇਸ਼ ਦੇ ਵੱਖ-ਵੱਖ ਸੂਬੇ ਇਹਨੂੰ ਰੱਦ ਕਰ ਰਹੇ ਨੇ, ਪੰਜਾਬ ਕਿਉਂ ਚੁੱਪ ਧਾਰੀ ਬੈਠਾ ਹੈ? ਹੂੰ, ਪੰਜਾਬ ਉਸ ਮਸਲੇ ਤੇ ਪੰਜਾਬ ਦਾ ਖੇਤੀ ਖਰੜਾ ਵੀ ਲੁਕੋ ਗਿਆ ਸੀ, ਹੂੰ, ਹੂੰ, ਜੇਕਰ ਹੂੰ, ਮੀਡੀਆ 'ਚ ਗੱਲ ਨਾ ਉੱਠਦੀ। ਹੂੰ, ਸੋ ਹੁਣ ਇਹ ਸਿੱਖਿਆ ਨੀਤੀ ਤੇ ਵੀ ਅਜੇ ਤੱਕ ਚੁੱਪ ਨੇ ਤੇ ਹੂੰ, ਇਸੇ ਤਰ੍ਹਾਂ ਪਿਛਲੇ ਦਿਨੀ ਟ੍ਰਿਬਿਊਨਲ ਆਇਆ ਪਾਣੀਆਂ ਨੂੰ ਲੈ ਕੇ, ਜੀ, ਜੀ, ਪੰਜਾਬ ਦੌਰਾ ਕਰਕੇ ਗਿਆ। ਉਹ ਵੀ ਪ੍ਰਗਟ ਸਿੰਘ ਹੋਰਾਂ ਨੇ ਸਵਾਲ ਪੁੱਛਿਆ ਕਿ ਭਾਈ ਦੱਸ ਤਾਂ ਦਿਓ ਕੀ ਕਰਕੇ ਗਿਆ, ਕੀ ਕਰੂਗਾ, ਕੀ ਨਹੀਂ ਹੋਊਗਾ। ਜੀ, ਤੁਸੀਂ ਚੁੱਪ ਕਰੋ, ਪਤਾ ਨਹੀਂ ਕੋਈ ਅੰਦਰ ਭੇਲੀ ਭੰਨੀ ਜਾਂਦੇ ਕਿ ਕੀ ਹੋ ਰਿਹਾ। ਹੂੰ, ਇਹ ਜਾਣਕਾਰੀ ਪੰਜਾਬ ਨੂੰ ਵੀ ਹੋਵੇ ਤੇ ਸਾਨੂੰ ਵੀ ਹੋਵੇ। ਜੀ, ਸੋ ਲੈ ਦੇ ਕੇ ਜੀ ਉੱਥੇ ਮਾਈਨਿੰਗ ਵਾਲਾ ਮੁੱਦਾ ਆ ਗਿਆ ਤੇ ਉੱਥੇ ਹਿਸਾਬ ਪੁੱਛਿਆ ਗਿਆ ਸਰਕਾਰ ਨੂੰ ਕਿ ਭਾਈ ਤੁਸੀਂ ਤਾਂ ਕਹਿੰਦੇ ਸੀ ਕਿ ਹਰ ਸਾਲ 20,000 ਕਰੋੜ ਦੀ ਆਮਦਨ ਖਜ਼ਾਨੇ 'ਚ ਆ ਜਾਇਆ ਕਰਨੀ ਹੈ ਮਾਈਨਿੰਗ ਦੀ ਤੇ ਜੀ, 20,000 ਦੇ ਹਿਸਾਬ ਨਾਲ ਤਾਂ ਮਤਲਬ 60,000 ਕਰੋੜ 3 ਸਾਲਾਂ 'ਚ ਆ ਗਿਆ ਹੋਊਗਾ ਖਜ਼ਾਨੇ 'ਚ। ਹੂੰ, ਤੇ ਜਦੋਂ ਬਹੀ ਖਾਤਾ ਚੈੱਕ ਕੀਤਾ ਪ੍ਰਵੀਨ ਜੀ, ਅਜੇ 1000 ਕਰੋੜ ਵੀ ਨਹੀਂ ਆਇਆ, 900 ਕਰੋੜ ਦੇ ਗੇੜ 'ਚ ਆਇਆ। ਠੀਕ ਹੈ, ਠੀਕ ਹੈ, ਤੋ ਗੱਲਾਂ 60,000 ਕਰੋੜ ਦੀਆਂ ਸੀਗੀਆਂ ਹੂੰ, ਹੂੰ, ਤੇ ਇਹ ਸਾਰੀ ਸਥਿਤੀ ਦੇ ਵਿੱਚ ਬਹਿਸਬਾਜ਼ੀ ਵੱਧ ਹੋਈ, ਰੌਲਾ ਵੱਧ ਹੋਇਆ, ਜੀ, ਕਿਸੇ ਮਸਲੇ ਤੇ ਸਿਰੇ ਲੱਗਣ ਵਾਲੀ ਗੱਲ ਕਿਤੇ ਨਜ਼ਰ ਨਹੀਂ ਆਈ ਤੇ ਅੱਜ ਦਾ ਦਿਨ ਵੀ ਇਹੋ ਜਿਹਾ ਹੰਗਾਮਾ ਭਰਪੂਰ ਰਹਿਣਾ। ਫਿਰ ਵੀ ਉਮੀਦ ਕਰਦੇ ਹਾਂ ਕਿ ਸ਼ਾਇਦ ਅੱਜ ਸਿੱਖਿਆ ਨੀਤੀ ਦੇ ਉੱਤੇ ਲਿਆ ਕੇ ਉਹਨੂੰ ਰੱਦ ਕਰਨ ਦੀ ਕਵਾਇਦ ਕਰਨ, ਖੇਤੀ ਖਰੜਾ ਜਿਹੜਾ ਕੇਂਦਰ ਨੇ ਭੇਜਿਆ ਉਹਨੂੰ ਰੱਦ ਕਰਨ ਦੀ ਕਵਾਇਦ ਕਰਨ, ਟ੍ਰਿਬਿਊਨਲ ਤੇ ਕੋਈ ਜਵਾਬ ਦੇਣ। ਉਮੀਦ ਹੈ ਕਿ ਅੱਜ ਸ਼ਾਇਦ ਮੁੱਖ ਮੰਤਰੀ ਸਾਹਿਬ ਵੀ ਮੌਜੂਦ ਰਹਿਣ। ਪਰ ਮਤਲਬ ਕਿ ਆਪਣੇ ਆਪ 'ਚ ਇਹ ਸਵਾਲ ਹੈ ਕਿ ਅੰਦਰ ਵੀ ਤੁਸੀਂ ਕੰਮ ਨਹੀਂ ਕਰਦੇ ਤੇ ਮੀਡੀਆ 'ਚ ਵੀ ਤੁਸੀਂ ਸਿਰਫ ਸਰਕਾਰ ਬਣਾਉਣ ਦੇ, ਐਮਐਲਏ ਤੋੜਨ ਦੇ ਹੂੰ, ਕੰਮ ਹੂੰ, ਕਰਦੇ ਹੋ। ਹੂੰ। ਇਹਦੇ ਨਾਲ ਪੰਜਾਬ ਦੇ ਕਿਵੇਂ ਮਸਲੇ ਹੱਲ ਹੋਣਗੇ, ਇਹੀ ਲੀਡਰ ਜਾਣਦੇ ਆ ਜੀ। ਨਹੀਂ ਬਿਲਕੁਲ ਤੁਸੀਂ ਬੜੀ ਸੁਹਿਰਦ ਚਰਚਾ ਛੇੜੀ ਹੈ ਸ਼ਰਮਾ ਜੀ ਵੈਸੇ ਤਾਂ ਚਲੋ ਹੁਣ ਇਹ ਤਾਂ ਆਪਣਾ ਕੰਮ ਹੈ ਨਹੀਂਗਾ ਕਿ ਆਪਾਂ ਕੈਲਕੂਲੇਟਰ ਚੱਕ ਕੇ ਬੈਠੇ ਰਹੀਏ ਤੇ ਕਾਂਗਰਸ ਦੇ ਐਮਐਲਏ ਪੂਰੇ ਕਰੀਏ, ਇਹ ਤਾਂ ਇਹਨਾਂ ਦਾ ਕੰਮ ਹੈ। ਹਾਂ, ਜਿਹੜੇ ਮਾਮਲਿਆਂ ਨੂੰ ਲੈ ਕੇ ਜਿਹੜੀਆਂ ਗੱਲਾਂ ਤੇ ਲੈ ਕੇ ਇਹ ਆਪ ਭਾਜਪਾ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਨੇ ਕਿ ਸਾਡੀ ਹਾਰਸ ਟ੍ਰੇਡਿੰਗ ਕਰਦੇ ਨੇ, ਇਹ ਸਾਡੇ ਐਮਐਲਏਜ਼ ਲੁਕਾਉਣੇ ਪੈਂਦੇ ਨੇ, ਰਾਜ ਸਭਾ ਦੀਆਂ ਵੋਟਾਂ ਵੇਲੇ ਅੱਡੇ ਸਾਰਾ ਕੁਝ ਹੁੰਦਾ ਹੈ, ਸਾਡੇ ਬੰਦੇ ਤੋੜ ਕੇ ਇਹਨਾਂ ਨੇ ਸਰਕਾਰਾਂ ਬਣਾ ਲਈਆਂ, ਉਹੀ ਕੰਮ ਤੁਸੀਂ ਪੰਜਾਬ 'ਚ ਕਰ ਰਹੇ ਹੋ। ਤੁਸੀਂ ਡੈਮੋਕ੍ਰੇਸੀ ਦੇ ਕਿੱਡੇ-ਕਿੱਡੇ ਲੜਾਕੇ ਆ ਗਏ ਜਾਂ ਸਰਗਰਮ ਬੰਦੇ ਆ ਗਏ ਕਿ ਪਰ ਬਈ ਤੁਸੀਂ ਲੜ ਰਹੇ ਹੋ ਡੈਮੋਕ੍ਰੇਸੀ ਬਚਾਉਣ ਦੇ ਲਈ। ਪ੍ਰਵੀਨ ਜੀ ਮੈਨੂੰ ਇਹ 'ਚ ਇੱਕ ਹੋਰ ਨੁਕਤਾ ਵੀ ਲੱਗਦਾ। ਜੀ। ਇਸ ਸਮੇਂ ਕਾਂਗਰਸ 'ਚ ਪ੍ਰਧਾਨ ਦੀ ਰੇਸ ਚੱਲ ਰਹੀ ਹੈ। ਹਾਂਜੀ, ਹਾਂਜੀ। ਉਸ ਰੇਸ ਦਾ ਮਤਲਬ ਅਖੀਰਲਾ ਨਿਬੇੜਾ ਇਹ ਹੋਣਾ ਕਿ ਇਹਨਾਂ 'ਚੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਹੂੰ, ਤੇ ਪ੍ਰਤਾਪ ਬਾਜਵਾ ਇਕੱਲੇ ਆਮ ਆਦਮੀ ਪਾਰਟੀ ਨੂੰ ਨਹੀਂ ਡਰਾ ਰਹੇ ਕਿ ਤੁਹਾਡੇ 30-32 ਐਮਐਲਏ ਮੇਰੇ ਸੰਪਰਕ 'ਚ ਨੇ, ਉਹ ਹੂੰ, ਆਪਣੀ ਹਾਈ ਕਮਾਂਡ ਨੂੰ ਵੀ ਦੱਸ ਰਹੇ ਨੇ ਜੀ। ਕਿ ਮੇਰੇ ਕੋਲ ਆਪਣੇ ਉਮੀਦਵਾਰ ਹੈਗੇ ਨੇ। ਹੂੰ, ਹੂੰ, ਹੂੰ। ਸੋ ਮੈਨੂੰ ਇਹ ਵੀ ਲੱਗਦਾ ਉਧਰ ਵੀ ਦਬਾਅ ਦੀ ਨੀਤੀ ਹੈ ਕਿ ਮੇਰੇ ਕੋਲ 30 ਮੌਜੂਦਾ ਐਮਐਲਏ ਦੇ ਨਾਲ ਸੰਪਰਕ ਹੈਗਾ, ਇਸ ਲਈ ਹਾਂਜੀ। ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਓ, ਮੈਨੂੰ ਪ੍ਰਧਾਨ ਬਣਾਓ। ਮੈਨੂੰ ਲੱਗਦਾ ਉਹ ਕੁਛ ਅਜਿਹੀ ਗੇਮ ਵੀ ਖੇਡ ਰਹੇ। ਹਾਂਜੀ, ਬਿਲਕੁਲ ਗੇਮ ਇਹ ਹੋ ਸਕਦਾ ਇਸ ਥਿਊਰੀ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਸਹਿਮਤ ਹੋ ਜਾਂਦੇ ਹਾਂ ਕਿਉਂਕਿ ਜਿਹੜੀ ਸਿਆਸਤ ਆ ਉਹ ਇਕੱਲੇ ਵਿਰੋਧੀਆਂ ਨਾਲ ਥੋੜ੍ਹਾ ਹੁੰਦੀ ਹੈ। ਵਿਦਿਨ ਦਾ ਹਾਂ, ਪਾਰਟੀ ਵੀ ਇੱਕ ਪੋਲਿਟਿਕਸ ਚੱਲਦੀ ਹੈ ਨਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਚੱਲਦੀ ਹੈ। ਹੈ। ਪਰ ਇਹ ਰੌਲਾ ਇਹ ਹੈ ਵੀ ਜਿਹੜੇ ਤਰੀਕੇ ਦੇ ਨਾਲ ਉਹ ਕਹਿ ਰਹੇ ਸੀ ਬੜੇ ਹੁੱਬ ਕੇ ਕਿ ਮੈਂ ਬਈ 45 ਸਾਲ ਹੋ ਗਏ ਸਿਆਸਤ ਦੇ ਵਿੱਚ ਆ। 45 ਸਾਲਾਂ ਦੇ ਤਜਰਬੇ ਦੇ ਵਿੱਚੋਂ ਉਹ ਨਹੀਂ ਦਿਖਦਾ ਕਿ ਉਹ ਐਜ਼ ਏ ਲੀਡਰ ਆਫ ਆਪੋਜੀਸ਼ਨ ਗੱਲ ਕਰ ਰਹੇ ਨੇ। ਇੱਕ ਘਾਗ ਸਿਆਸਤਦਾਨ ਵਾਂਗੂ ਜਿਹੜੀਆਂ ਉਹ ਗੱਲਾਂ ਕਰਦੇ ਨੇ ਜਿਵੇਂ ਬਾਦਲ ਸਾਹਿਬ ਗੱਲਾਂ ਕਰਦੇ ਹੁੰਦੇ ਸੀ। ਉਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰ ਰਹੇ ਨੇ।